ਬਾਬਾ ਜੀ ਜਿਹੜਾ ਅੱਜ ਕਿਸਾਨ ਮੋਰਚੇ 'ਚ ਤੁਸੀਂ ਇੱਥੇ ਪਹੁੰਚੇ ਹੈਗੇ ਹੋ, ਜਿਹੜਾ ਕਿਸਾਨਾਂ ਦਾ ਬਹੁਤ ਵੱਡਾ ਲੱਕ ਤੋੜਿਆ ਹੈਗਾ ਕੇਂਦਰ ਸਰਕਾਰ ਵੱਲੋਂ। ਕੱਲ੍ਹ ਪਰਸੋਂ ਜਿਹੜਾ ਕਿਸਾਨ ਉੱਥੇ ਜਾ ਰਹੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ, ਤੁਹਾਨੂੰ ਕੀ ਲੱਗਦਾ ਕਿ ਉਹ ਪ੍ਰੋਟੈਸਟ ਕਿੰਨਾ ਕਾਮਯਾਬ ਹੋਵੇਗਾ? ਕਾਮਯਾਬੀ ਜਿਹੜੀ ਆ ਉਹ ਤਾਂ ਵਾਹਿਗੁਰੂ ਨੇ ਦੇਣੀ ਆ। ਸਾਡੀ ਨੀਤ ਸਾਫ਼ ਹੋਣੀ ਚਾਹੀਦੀ। ਕੀ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਦੇ ਜਿਹੜੇ ਲੋਕ ਨੇ ਅਨਪੜ੍ਹ ਨੇ, ਜਾਂ ਜਿਹੜੇ ਕਿਸਾਨ ਇੰਨੇ ਚਿਰ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਆਗੂ ਅਨਪੜ੍ਹ ਨੇ, ਉਹਨਾਂ ਨੇ ਸਟੱਡੀ ਕਰਨ ਤੋਂ ਬਿਨਾਂ ਹੀ ਮੋਰਚੇ ਲਾ ਲਏ ਨੇ। ਉਹਨਾਂ ਦੇ ਮੰਤਰੀਆਂ ਨੇ ਘਟੀਆ ਬਿਆਨ ਦੇਣੇ, ਜਾਂ ਉਹਨਾਂ ਨੇ ਇਹ ਜਿਹੀ ਗੱਲ ਕਰਨੀ ਕਿ ਟ੍ਰੇਨ ਦੀ ਰਫ਼ਤਾਰ ਬਹੁਤ ਹੁੰਦੀ ਆ, ਤਾਂ ਉਹ ਉਹਨਾਂ ਦਾ ਮਤਲਬ ਕਹਿਣ ਦਾ ਸੀ ਵੀ ਟ੍ਰੇਨ ਦੀ ਰਫ਼ਤਾਰ ਇੰਨੀ ਹੈ ਜਿੰਨੇ ਕੋ ਤੁਸੀਂ ਬੈਠੇ ਹੋ ਤੁਹਾਨੂੰ ਅਸੀਂ ਮਾਰ ਦੇਵਾਂਗੇ। ਉਹਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਮਤਲਬ ਇਹ ਸੀ। ਇੱਕ ਲੱਗਦੀ ਆ ਵੀ ਹੰਕਾਰੇ ਹੀ ਇੰਨਾ ਗਿਆ, ਉਹ ਕਿਸੇ ਨੂੰ ਕੋਈ ਸਮਝਦਾ ਹੀ ਨਹੀਂ ਹੈਗਾ। ਹੁਣ ਇੱਕ ਵੀ ਲੱਗਦੀ ਹੈ ਵੀ ਪੂਰੇ ਇਸ ਭਾਰਤ ਦੇ ਵਿੱਚ ਇੱਕੋ ਇੱਕ ਸਟੇਟ ਆ ਜਿਹੜੀ ਇਸ ਗੱਲ ਲਈ ਖੜੀ ਆ, ਬਾਕੀ ਸਾਰਿਆਂ ਨੂੰ ਤਾਂ ਅਸੀਂ ਕਲਾਵੇ 'ਚ ਲੈ ਲਿਆ ਆ। ਸੰਘਰਸ਼ ਨੇ ਜਿਹੜਾ ਇੱਕ ਪ੍ਰੈਸ਼ਰ ਬਿਲਡ ਕੀਤਾ ਸੀਗਾ, ਉਹਦੇ ਤੋਂ ਜਿੱਦਾਂ ਟ੍ਰੇਨਾਂ ਚਲਾਉਣ ਦੀ ਗੱਲ ਸਵੀਕਾਰ ਕੀਤੀ ਆ, ਉਹ ਕਿਤੇ ਨਾ ਕਿਤੇ ਅਸੀਂ ਉਹ ਇੱਕ ਸਟੈਪ ਪਿੱਛੇ ਆ ਗਏ ਹਾਂ। ਵੀ 47 48 ਜਾਂ 50 ਤੱਕ ਦਾ ਸਫ਼ਰ ਜਿਹੜਾ ਸਾਡੇ ਬਜ਼ੁਰਗਾਂ ਨੇ ਕੀਤਾ, ਤਾਂ ਅਸੀਂ ਉੱਦਾਂ ਦਾ ਸਫ਼ਰ ਤੈਅ ਕਰਨ ਲਈ ਜੇ ਤਿਆਰ ਹਾਂ ਤਾਂ ਫਿਰ ਜਿੱਤ ਸਾਡੇ ਕਦਮਾਂ 'ਚ ਹੋਊਗੀ। ਫਿਰ ਜਿੱਤ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ। ਤੇ ਉਹਨਾਂ ਨੇ ਰਾਮ ਮੰਦਿਰ ਦਾ ਜੋ ਮਸਲਾ ਸੀਗਾ ਉਹਦੇ ਤੇ ਵੀ ਅਟਲ ਰਹੇ। ਉਹ ਕਹਿੰਦੇ ਜੇ ਸਾਡੀ ਸਰਕਾਰ ਅਸੀਂ ਬਣਾਵਾਂਗੇ ਤਾਂ ਉਸ ਤੋਂ ਮਸ ਨਹੀਂ ਹੋਣਾ। ਪਰ ਹੁਣ ਕਿਸਾਨਾਂ ਦੇ ਮੋਰਚੇ ਤੇ ਵੀ ਉਹ ਕਹਿੰਦੇ ਜਿੰਨੇ ਮਰਜ਼ੀ ਮੋਰਚੇ ਲੱਗ ਜਾਣ, ਪਰ ਅਸੀਂ ਆਪਣੇ ਮੋਰਚੇ ਤੋਂ ਟਸ ਤੋਂ ਮਸ ਨਹੀਂ ਹੋਣਾ। ਭਾਰਤ ਦੇਸ਼ ਜਿਹੜਾ ਆ ਉਹਨੂੰ ਹਿੰਦੂ ਰਾਸ਼ਟਰ ਤਾਂ ਉਹ ਨਹੀਂ ਬਣਾ ਸਕਦੇ। ਇਹ ਗੱਲ ਤਾਂ ਉਹਨਾਂ ਦਾ ਸੁਪਨਾ ਹੀ ਰਹਿ ਜਾਣਾ। ਪਰ ਗਰੇਵਾਲ ਪਿਛਲੇ ਦਿਨੀ ਉਹਨਾਂ ਨੂੰ ਗੱਲ ਕਹਿੰਦਾ ਹੈਗਾ ਕਿਸੇ ਕਾਨਫਰੰਸ ਦੇ ਵਿੱਚ ਕਿ ਜਿਹੜੇ ਉੱਥੇ ਬਾਰਡਰਾਂ 'ਤੇ ਬੈਠੇ ਆ ਜਾਂ ਧਰਨਿਆਂ ਦੇ ਵਿੱਚ ਬੈਠੇ ਆ, ਉਹ ਅੱਤਵਾਦੀ ਟੋਟਲੀ ਕਿਸਾਨ ਨੇ। ਪਰ ਫਿਰ ਦੁਬਾਰਾ ਅਸੀਂ ਪਿੰਡਾਂ ਦੇ ਵਿੱਚ ਵੀ ਵੜਾਂਗੇ, ਸਾਨੂੰ ਰੋਕ ਲੈਣ, ਫਿਰ ਦੁਬਾਰਾ ਕਿਸਾਨ ਉਹਨਾਂ ਦੇ ਨਾਲ ਲੈ ਕੇ ਉੱਥੇ ਟੇਬਲ ਟਾਕ 'ਤੇ ਗੱਲਾਂ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਦਾ ਸ਼ਮਸ਼ੇਰ ਸਿੰਘ ਵੱਲੋਂ ਤਹਿ ਦਿਲ ਤੋਂ ਸਵਾਗਤ ਹੈ। ਜਿਸ ਤਰ੍ਹਾਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਪੰਜਾਬ ਅਤੇ ਸਿੱਖ ਕੌਮ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਖਾਸ ਗੱਲਬਾਤ ਕਰਦੇ ਹਾਂ ਜਿਹੜੇ ਪੰਜਾਬ ਅਤੇ ਸਿੱਖ ਕੌਮ ਦੇ ਨਾਲ ਤਾਲੁਕਾਤ ਰੱਖਦੇ ਨੇ। ਅੱਜ ਅਸੀਂ ਦੋਸਤੋ ਬੈਠੇ ਹਾਂ ਕਿਸਾਨ ਮੋਰਚਾ ਸ਼ੰਭੂ ਦੇ ਵਿੱਚ। ਪਿਛਲੇ ਦਿਨੀ ਕਿਸਾਨਾਂ ਦੇ ਵਿਰੁੱਧ ਜੋ ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਪਾਸ ਕੀਤੇ ਗਏ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਮਾਹੌਲ ਸੀ ਜੋ ਬਹੁਤ ਜ਼ਿਆਦਾ ਗਰਮਾ ਚੁੱਕਾ ਸੀਗਾ। ਵੱਖ-ਵੱਖ ਧਿਰਾਂ ਵੱਲੋਂ, ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਮੋਰਚੇ ਖੋਲ੍ਹੇ ਗਏ ਸੀ। ਸ਼ੰਭੂ ਮੋਰਚਾ ਜੋ ਤਕਰੀਬਨ ਅੱਜ 52ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈਗਾ, ਤੇ ਅਸੀਂ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਬਾਬਾ ਬਖਸ਼ੀਸ਼ ਸਿੰਘ ਜੀ, ਜੋ ਖਾੜਕੂ ਲਹਿਰ ਦੇ ਨਾਲ ਕਾਫੀ ਗੂੜਾ ਸੰਬੰਧ ਰੱਖਦੇ ਹੈਗੇ ਆ ਤੇ ਬਹੁਤ ਜ਼ਿਆਦਾ ਤਸ਼ੱਦਦ ਪਿੰਡੇ 'ਤੇ ਵੀ ਹੰਡਾਇਆ। ਖਾਸ ਗੱਲਬਾਤ ਕਰਾਂਗੇ, ਉਹਨਾਂ ਦਾ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸੰਗਤ ਦੇ ਚਰਨਾਂ 'ਚ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਬਾਬਾ ਜੀ ਜਿਹੜਾ ਅੱਜ ਕਿਸਾਨ ਮੋਰਚੇ 'ਚ ਤੁਸੀਂ ਇੱਥੇ ਪਹੁੰਚੇ ਹੈਗੇ ਹੋ, ਜਿਹੜਾ ਕਿਸਾਨਾਂ ਦਾ ਬਹੁਤ ਵੱਡਾ ਲੱਕ ਤੋੜਿਆ ਹੈਗਾ ਕੇਂਦਰ ਸਰਕਾਰ ਵੱਲੋਂ। ਕੱਲ੍ਹ ਪਰਸੋਂ ਜਿਹੜਾ ਕਿਸਾਨ ਉੱਥੇ ਜਾ ਰਹੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ, ਤੁਹਾਨੂੰ ਕੀ ਲੱਗਦਾ ਕਿ ਉਹ ਪ੍ਰੋਟੈਸਟ ਕਿੰਨਾ ਕਾਮਯਾਬ ਹੋਵੇਗਾ? ਦੇਖੋ, ਕਾਮਯਾਬੀ ਜਿਹੜੀ ਆ ਉਹ ਤਾਂ ਵਾਹਿਗੁਰੂ ਨੇ ਦੇਣੀ ਆ। ਸਾਡੀ ਨੀਤ ਸਾਫ਼ ਹੋਣੀ ਚਾਹੀਦੀ ਵੀ ਕਿੰਨੀ ਕੁ ਸਾਡੀ ਨੀਤ ਸਾਫ਼ ਹੈ। ਅਸੀਂ ਜਦੋਂ ਉਹਨਾਂ ਨੇ ਪਹਿਲਾਂ ਹੀ ਮੈਨੂੰ ਹੁਣੇ ਹੀ ਪਤਾ ਲੱਗਾ ਕਿ ਹਰਿਆਣਾ ਉਹਨਾਂ ਨੇ ਬੰਦ ਕਰ ਦਿੱਤਾ ਆ, ਅਤੇ ਇਹ ਸਾਡੀ ਹੁਣ ਆਪਣੀ ਆ ਵੀ ਕਿਸ ਤਰੀਕੇ ਨਾਲ ਪਹੁੰਚ ਸਕਦੇ ਹਾਂ। ਬਾਕੀ ਗੱਲ ਇਹ ਹੈ ਵੀ ਅਸੀਂ ਉੱਥੇ ਜਾ ਕੇ ਕਰਨਾ ਕੀ ਹੈ, ਇਹ ਬੜੀ ਵੱਡੀ ਗੱਲ ਹੈ। ਕਿਉਂਕਿ ਜਦੋਂ ਕੇਂਦਰ ਨੇ ਕਿਸਾਨਾਂ ਨੂੰ ਸੱਦਿਆ ਸੀ, ਉਦੋਂ ਵੀ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਟੱਡੀ ਕਰੋ। ਮੇਰੇ ਖਿਆਲ 'ਚ ਮੇਰੇ ਨਾਲੋਂ ਬਹੁਤ ਸਿਆਣੇ ਨੇ, ਸੁਹਿਰਦ ਨੇ, ਬੜੇ ਲੰਮਾ ਚਿਰ ਤੋਂ ਸੰਘਰਸ਼ ਲੜ ਰਹੇ ਨੇ ਕਿਸਾਨ। ਪਰ ਮੇਰੀ ਇਹ ਰਾਏ ਆ ਕਿ ਕਿਸਾਨਾਂ ਨੂੰ ਉੱਥੇ ਆ ਕੇ ਬਾਹਰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਵੀ ਕੀ ਤੁਹਾਨੂੰ ਲੱਗਦਾ ਹੈ ਵੀ ਪੰਜਾਬ ਦੇ ਜਿਹੜੇ ਲੋਕ ਨੇ ਅਨਪੜ੍ਹ ਨੇ, ਜਾਂ ਜਿਹੜੇ ਕਿਸਾਨ ਇੰਨੇ ਚਿਰ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਆਗੂ ਅਨਪੜ੍ਹ ਨੇ, ਉਹਨਾਂ ਨੇ ਸਟੱਡੀ ਕਰਨ ਤੋਂ ਬਿਨਾਂ ਹੀ ਮੋਰਚੇ ਲਾ ਲਏ ਨੇ। ਉਹਨਾਂ ਦੀਆਂ ਧੀਆਂ ਭੈਣਾਂ, ਬੱਚੇ, ਬਜ਼ੁਰਗ ਸਾਰੇ ਰਸਤਿਆਂ 'ਤੇ ਰੁਲ ਰਹੇ ਨੇ। ਉਹ ਮੈਨੂੰ ਲੱਗਦਾ ਸੀ ਵੀ ਕਿਤੇ ਨਾ ਕਿਤੇ ਉਹ ਅਣਗਹਿਲੀ ਹੋਈ ਹੈ, ਜਾਂ ਜਾਣੇ ਅਣਜਾਣੇ 'ਚ ਉਹ ਇੱਕ ਵੱਡੀ ਗਲਤੀ ਹੋਈ ਹੈ ਕਿ ਉਹਦਾ ਸਾਨੂੰ ਪ੍ਰੋਟੈਸਟ ਇਸ ਗੱਲ ਦਾ ਕਰਨਾ ਚਾਹੀਦਾ ਸੀ। ਉਹਨਾਂ ਨੂੰ ਉਹਦੀਆਂ ਕਾਪੀਆਂ ਵਾਪਸ ਮੋੜਨੀਆਂ ਚਾਹੀਦੀਆਂ ਸਨ ਕਿ ਅਸੀਂ ਸਟੱਡੀ ਕਰਨ ਤੋਂ ਬਿਨਾਂ ਤਾਂ ਐਡਾ ਵੱਡਾ ਸੰਘਰਸ਼ ਨਹੀਂ ਲੜ ਰਹੇ ਨਾ। ਤਾਂ ਉਹਨਾਂ ਨੇ ਇਹੋ ਜਿਹੇ ਉਹਨਾਂ ਦੇ ਮੰਤਰੀਆਂ ਨੇ ਘਟੀਆ ਬਿਆਨ ਦੇਣੇ, ਜਾਂ ਉਹਨਾਂ ਨੇ ਇਹ ਜਿਹੀ ਗੱਲ ਕਰਨੀ ਕਿ ਟ੍ਰੇਨ ਦੀ ਰਫ਼ਤਾਰ ਬਹੁਤ ਹੁੰਦੀ ਆ, ਤਾਂ ਉਹ ਉਹਨਾਂ ਦਾ ਮਤਲਬ ਕਹਿਣ ਦਾ ਸੀ ਵੀ ਟ੍ਰੇਨ ਦੀ ਰਫ਼ਤਾਰ ਇੰਨੀ ਹੈ ਜਿੰਨੇ ਕੋ ਤੁਸੀਂ ਬੈਠੇ ਹੋ ਤੁਹਾਨੂੰ ਅਸੀਂ ਮਾਰ ਦੇਵਾਂਗੇ। ਉਹਦਾ ਮੈਨੂੰ ਲੱਗਦਾ ਕਿ ਉਹਨਾਂ ਦਾ ਮਤਲਬ ਇਹ ਸੀ। ਤਾਂ ਜਾਂ ਤਾਂ ਜਿਹੜਾ ਹਾਕਮ ਹੈ ਉਹ ਸਾਨੂੰ ਅੰਡਰ ਐਸਟੀਮੇਟ ਕਰ ਰਿਹਾ ਪੰਜਾਬ ਨੂੰ, ਅਤੇ ਜਾਂ ਜਿਹੜੀ ਗੱਲ ਇੱਕ ਲੱਗਦੀ ਆ ਵੀ ਹੰਕਾਰੇ ਹੀ ਇੰਨਾ ਗਿਆ,
ਉਹ ਕਿਸੇ ਨੂੰ ਕੋਈ ਸਮਝਦਾ ਹੀ ਨਹੀਂ ਹੈਗਾ। ਤਾਂ ਦੂਜੀ ਗੱਲ ਉਹਨਾਂ ਨੂੰ ਇੱਕ ਵੀ ਲੱਗਦੀ ਹੈ ਵੀ ਪੂਰੇ ਇਸ ਭਾਰਤ ਦੇ ਵਿੱਚ ਇੱਕੋ ਇੱਕ ਸਟੇਟ ਆ ਜਿਹੜੀ ਇਸ ਗੱਲ ਲਈ ਖੜੀ ਆ, ਬਾਕੀ ਸਾਰਿਆਂ ਨੂੰ ਤਾਂ ਅਸੀਂ ਕਲਾਵੇ 'ਚ ਲੈ ਲਿਆ ਆ। ਅਤੇ ਹੁਣ ਇਹਦਾ ਜਿਹੜਾ ਜੇ ਤੁਸੀਂ ਕਹਿੰਦੇ ਵੀ ਇਹਦਾ ਫਾਇਦਾ ਕੀ ਹੋਊਗਾ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੀ। ਬਾਕੀ ਅਸੀਂ ਆਪਣੀ ਇਮਾਨਦਾਰੀ ਨਾਲ ਕਿੰਨਾ ਅੱਗੇ ਵਧਨੇ ਆ ਉਹ ਉਸ ਗੱਲ 'ਤੇ ਆ। ਬਾਕੀ ਬਾਈ ਜੀ ਨਾਲ ਗੱਲ ਕਰਾਂਗੇ। ਮੇਰੇ ਜੇ ਧਿਆਨ 'ਚ ਨਹੀਂ ਵੀ ਅਸੀਂ ਕਿਵੇਂ ਜਾਣਾ ਕੀ ਕਰਨਾ, ਬਾਈ ਜੀ ਨਾਲ ਮੀਟਿੰਗ ਕਰਕੇ ਫਿਰ ਉਦੋਂ ਬਾਅਦ ਵਾਲੀ ਗੱਲ ਹੋਊਗੀ। ਦੇਖਿਆ ਜਾ ਰਿਹਾ ਕਿ ਪਿਛਲੇ ਦਿਨ ਵੀ ਕਿਸਾਨਾਂ ਨੂੰ ਉੱਥੇ ਗੱਲਬਾਤ ਕਰਨ ਦੇ ਲਈ 2 ਵਾਰੀ ਬੁਲਾਇਆ ਗਿਆ, ਪਰ ਉੱਥੋਂ ਉਹਨਾਂ ਨੂੰ ਜਲੀਲਤ ਭਰਿਆ ਜੋ ਵਾਪਸ ਕਰ ਦਿੱਤਾ ਗਿਆ ਪੰਜਾਬ ਵੱਲ ਨੂੰ। ਅਤੇ ਉਸ ਤੋਂ ਬਾਅਦ ਹੁਣ ਕਿਸਾਨ ਸੋਚਦੇ ਆ ਵੀ ਸਾਡੀ ਕੋਈ ਟੇਬਲ 'ਤੇ ਬਹਿ ਕੇ ਜਿਹੜੀ 3 ਤਰੀਕ ਨੂੰ ਵੀ ਮੈਂ ਸੁਣਿਆ ਕੋਈ ਗੱਲਬਾਤ ਹੋਣੀ ਆ, ਉਹ ਹੋ ਸਕਦੀ ਹੈ। ਦੇਖੋ ਜਿਹੜਾ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਜਿਹੜੇ ਉਹ ਹੰਕਾਰ ਦੇ ਘੋੜੇ 'ਤੇ ਚੜ੍ਹੇ ਨੇ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਕੋਈ ਗੱਲ ਉਸ ਲੈਵਲ ਦੀ ਸੁਣਨ, ਕਿਉਂਕਿ ਸੰਘਰਸ਼ ਨੇ ਜਿਹੜਾ ਇੱਕ ਪ੍ਰੈਸ਼ਰ ਬਿਲਡ ਕੀਤਾ ਸੀਗਾ, ਉਹਦੇ ਤੋਂ ਜਿੱਦਾਂ ਟ੍ਰੇਨਾਂ ਚਲਾਉਣ ਦੀ ਗੱਲ ਸਵੀਕਾਰ ਕੀਤੀ ਆ, ਉਹ ਕਿਤੇ ਨਾ ਕਿਤੇ ਅਸੀਂ ਉਹ ਇੱਕ ਸਟੈਪ ਪਿੱਛੇ ਆ ਗਏ ਹਾਂ। ਬਜਾਏ ਉਹਨਾਂ ਤੋਂ ਕੋਈ ਮੰਗ ਮਨਾਉਣ ਦੀ ਬਜਾਏ ਅਸੀਂ ਆਪ ਉਹਨਾਂ ਦੀ ਮੰਗ ਮੰਨ ਲਈ ਹੈ ਵੀ ਹਾਂ ਜੀ ਅਸੀਂ ਟ੍ਰੇਨਾਂ, ਜਿੰਨਾ ਚਿਰ ਅਸੀਂ ਇਸ ਗੱਲ ਲਈ ਤਿਆਰ ਨਹੀਂ ਹੁੰਦੇ ਵੀ ਵੱਡੇ ਸੰਘਰਸ਼ਾਂ ਦੇ ਵਿੱਚ ਸਾਨੂੰ ਨੁਕਸਾਨ ਵੀ ਝੱਲਣੇ ਪੈ ਸਕਦੇ ਨੇ। ਕਿਸਾਨ ਜਥੇਬੰਦੀਆਂ ਜਾਂ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਅਸੀਂ ਖੁਦ ਹਾਂ, ਸਾਨੂੰ ਇਹ ਗੱਲ ਸੋਚਣੀ ਪੈਗੀ ਜਦੋਂ ਅਸੀਂ 1947 ਦੇ ਵਿੱਚ ਵੰਡ ਹੋ ਕੇ ਅਸੀਂ ਇੱਥੇ ਆਏ ਹਾਂ ਅਤੇ ਸਾਡੇ ਕੋਲ ਪੱਠੇ ਬੀਜਣ ਜੋਗੀ ਵੀ ਜਗ੍ਹਾ ਨਹੀਂ ਸੀ ਹੈਗੀ। ਉਦੋਂ ਵੀ ਅਸੀਂ ਆਪਣੇ ਆਪ ਨੂੰ ਇੱਥੋਂ ਤੱਕ ਲੈ ਕੇ ਆਂਦਾ, ਅਤੇ ਮੇਰੇ ਖਿਆਲ 'ਚ ਜੇ ਅਸੀਂ ਇਹੀ ਮੰਨ ਲਈਏ ਵੀ 47, 48 ਜਾਂ 50 ਤੱਕ ਦਾ ਸਫ਼ਰ ਜਿਹੜਾ ਸਾਡੇ ਬਜ਼ੁਰਗਾਂ ਨੇ ਕੀਤਾ, ਤਾਂ ਅਸੀਂ ਉੱਦਾਂ ਦਾ ਸਫ਼ਰ ਤੈਅ ਕਰਨ ਲਈ ਜੇ ਤਿਆਰ ਹਾਂ ਤਾਂ ਫਿਰ ਜਿੱਤ ਸਾਡੇ ਕਦਮਾਂ 'ਚ ਹੋਊਗੀ। ਫਿਰ ਜਿੱਤ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ। ਅਤੇ ਜੇ ਅਸੀਂ ਐਸ਼ ਇਸ਼ਰਤ ਦੇ ਨੂੰ ਵੀ ਸੋਚੀਏ ਅਤੇ ਹੱਕ ਲੈਣ ਦੀ ਵੀ ਗੱਲ ਕਰੀਏ, ਦੋਵੇਂ ਗੱਲਾਂ ਬਰਾਬਰ ਨਹੀਂ ਹੋਣੀਆਂ ਹੈਗੀਆਂ। ਹੱਕ ਲੈਣ ਲਈ ਕੋਈ ਨਾ ਕੋਈ ਸਾਨੂੰ ਖੋਣਾ ਪੈਣਾ ਆ, ਅਤੇ ਉਹ ਸਾਨੂੰ ਭਵਿੱਖ ਦਿਸਣ ਡਿਆ। ਜੇ ਹੋ ਸਕਦਾ ਨਵੀਂ ਪੀੜ੍ਹੀ ਜਾਂ ਨਵੇਂ ਲੀਡਰਾਂ ਨੂੰ ਇਹ ਗੱਲ ਦਾ ਕੋਈ ਭੁਲੇਖਾ ਹੋਵੇ, ਪਰ ਸਾਨੂੰ ਦਿਸਦਾ ਹੈ ਕਿ ਉਹਨਾਂ ਦੀ ਨੀਅਤ ਸਾਫ਼ ਨਹੀਂ ਹੈ ਪੰਜਾਬ ਲਈ। ਪੰਜਾਬ ਪ੍ਰਤੀ ਉਹਨਾਂ ਦੀ ਜਿਹੜੀ ਕੋਈ ਵੀ ਇਮਾਨਦਾਰੀ ਨਹੀਂ, ਬੇਈਮਾਨ ਨੇ, ਬਹੁਤ ਵੱਡੀ ਬੇਈਮਾਨੀ ਕੀਤੀ ਉਹਨਾਂ ਪੰਜਾਬ ਦੇ ਨਾਲ, ਸ਼ੁਰੂ ਤੋਂ ਹੀ ਕਰਦੇ ਆਉਂਦੇ ਨੇ, 1947 ਤੋਂ ਲੈ ਕੇ ਹੁਣ ਤੱਕ ਕਰਦੇ ਆ ਰਹੇ ਨੇ। ਪਰ ਹੁਣ ਬਹੁਤ ਵੱਡੀ ਬੇਈਮਾਨੀ ਉਹਨਾਂ ਨੇ ਕੀਤੀ, ਜਿਹੜੀ ਸਾਡੀਆਂ ਜ਼ਮੀਨਾਂ ਖੋਹਣ ਦੇ ਤੱਕ ਜਿਹੜੀ ਗੱਲ ਹੋਣ ਡਈ ਆ, ਉਹਦੇ ਵਿੱਚ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਪਏਗੀ ਵੀ ਅਸੀਂ ਕੁਝ ਖੋਹਣਾ ਤਾਂ ਕੁਝ ਪਾਉਣਾ ਆ। ਹਾਂਜੀ, ਪਰ ਮੋਦੀ ਸਰਕਾਰ ਇਸ ਗੱਲ 'ਤੇ ਅੜੀ ਹੋਈ ਹੈ ਕਿ ਜੇ ਅਸੀਂ ਆਪਣੇ ਜੋ ਕਿਹਾ ਹੋਇਆ ਸੀ ਉਹਨਾਂ ਨੇ ਵੀ ਜਦੋਂ ਸਾਡਾ ਰਾਜ ਆਊਗਾ, ਜੋ ਸਾਡੀ ਸਰਕਾਰ ਆਊਗੀ, ਅਸੀਂ ਜੋ ਹਿੰਦੂ ਰਾਸ਼ਟਰ ਉਹ ਬਣਾਵਾਂਗੇ। ਕਿਉਂਕਿ ਉਹਨਾਂ ਨੇ 370 ਧਾਰਾ ਜੋ ਹਟਾਈ, ਉੱਥੇ ਸਭ ਨੂੰ ਪਤਾ ਕਿ ਕੀ ਹੋਇਆ ਕਸ਼ਮੀਰ ਦੇ ਵਿੱਚ। ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਰਾਮ ਮੰਦਿਰ ਦਾ ਜੋ ਮਸਲਾ ਸੀਗਾ ਉਹਦੇ 'ਤੇ ਵੀ ਅਟਲ ਰਹੇ। ਉਹ ਕਹਿੰਦੇ ਜੇ ਸਾਡੀ ਸਰਕਾਰ ਅਸੀਂ ਬਣਾਵਾਂਗੇ ਟਸ ਤੋਂ ਮਸ ਨਹੀਂ ਹੋਣਾ। ਪਰ ਹੁਣ ਕਿਸਾਨਾਂ ਦੇ ਮੋਰਚੇ 'ਤੇ ਵੀ ਉਹ ਕਹਿੰਦੇ ਜਿੰਨੇ ਮਰਜ਼ੀ ਮੋਰਚੇ ਲੱਗ ਜਾਣ, ਪਰ ਅਸੀਂ ਆਪਣੇ ਮੋਰਚੇ ਤੋਂ ਟਸ ਤੋਂ ਮਸ ਨਹੀਂ ਹੋਣਾ। ਦੇਖੋ, ਜਦੋਂ ਬੰਦਾ ਹੰਕਾਰਿਆ ਜਾਂਦਾ ਨਾ, ਅਤੇ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ, ਇਹ ਤਾਂ ਫਿਰ ਕੋਈ ਨਾ ਕੋਈ ਜਿਹੜੀ ਤਾਹੀਦ ਹੈ ਸ਼ੁਰੂ ਤੋਂ ਪੰਜਾਬ ਦੇ ਵਿੱਚੋਂ ਜਦੋਂ ਵੀ ਧੜ ਵੀ ਆਏ ਨੇ ਅਤੇ ਪੰਜਾਬ ਨੇ ਹੀ ਡੱਕਿਆ। ਅਤੇ ਹੁਣ ਵੀ ਮੈਨੂੰ ਲੱਗਦਾ ਵੀ ਇਹ ਜਿਹੜਾ ਪੰਜਾਬ 'ਚੋਂ ਜਿਹੜੀ ਲੜਾਈ ਉੱਠੀ ਇਹ ਫੈਸਲਾਕੁਨ ਹੋਏਗੀ। ਇਹ ਐਵੇਂ ਦੀ ਗੱਲ ਨਹੀਂ ਹੈਗੀ ਕਿ ਜਿਸ ਤਰ੍ਹਾਂ ਬਿਹਾਰ ਨੂੰ ਦਬਾ ਲਿਆ ਜਾਂ ਹੋਰ ਸਟੇਟਾਂ ਨੂੰ ਦਬਾ ਲਿਆ। ਇਹ ਗੱਲ ਤੁਹਾਡੀ ਠੀਕ ਹੈ ਕਿ ਉਹਨਾਂ ਨੇ ਮੰਦਿਰ ਬਣਾ ਲਿਆ ਧੱਕੇ ਨਾਲ। ਹਾਂ, ਵੇਖੋ ਉਹਨਾਂ ਦਾ ਰਾਜ ਹੈ ਅਤੇ ਉਹ ਧੱਕਾ ਕਰ ਰਹੇ ਨੇ, ਕਿਉਂਕਿ ਇਹਨੂੰ ਹੀ ਤਾਂ ਕਹਿੰਦੇ ਨੇ ਕਿ ਰਾਜ ਚੰਗੇ ਲੋਕਾਂ ਦੇ ਹੱਥ 'ਚ ਚਾਹੀਦਾ। ਜਦ ਮਾੜੇ ਲੋਕਾਂ ਦੇ ਹੱਥ 'ਚ ਰਾਜ ਆ ਗਿਆ, ਅਤੇ ਉਹ ਘੱਟੋ ਘੱਟ ਭਾਰਤ ਦੇਸ਼ ਜਿਹੜਾ ਆ ਉਹਨੂੰ ਹਿੰਦੂ ਰਾਸ਼ਟਰ ਤਾਂ ਉਹ ਨਹੀਂ ਬਣਾ ਸਕਦੇ। ਇਹ ਗੱਲ ਤਾਂ ਉਹਨਾਂ ਦਾ ਸੁਪਨਾ ਹੀ ਰਹਿ ਜਾਣਾ। ਜਦ ਤੱਕ ਮੈਨੂੰ ਪਤਾ ਹੈ ਜਾਂ ਜਿਹੜਾ ਮੇਰਾ ਖਿਆਲ ਹੈ, ਇਹ ਮੇਰੀ ਭਵਿੱਖਬਾਣੀ ਹੈ, ਤੁਸੀਂ ਯਾਦ ਰੱਖਿਓ ਤੁਹਾਡੇ ਚੈਨਲ ਤੋਂ, ਇਹ ਉਹਨਾਂ ਦਾ ਸੁਪਨਾ ਹੀ ਰਹਿ ਜਾਣਾ। ਅਤੇ ਜਾਂ ਫਿਰ ਉਹ ਇਹ ਐਲਾਨ ਕਰ ਦੇਣ ਵੀ ਸਾਡੀ ਜਿਹੜੀ ਸਰਕਾਰ ਆ ਉਹ ਹਿਟਲਰ ਦੀ ਆ। ਫਿਰ ਹੋ ਸਕਦਾ ਇੱਦਾਂ ਦੀ ਗੱਲ ਕੋਈ ਸੰਭਵ ਹੋ ਸਕਦੀ ਹੈ ਕਿ ਸਾਨੂੰ ਚੈਂਬਰਾਂ 'ਚ ਪਾ ਕੇ ਸਾੜ ਦੇਣ। ਸਾਡੇ ਨਾਲ 84 ਜਿੰਨਾ ਪਹਿਲਾਂ ਕੀਤਾ ਹੈ ਸਾਰੀ ਕੰਟਰੀ ਨੂੰ। ਜੇ ਇੱਦਾਂ ਉਹ ਸੋਚਦੇ ਨੇ ਵੀ ਅਸੀਂ 15% ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਹੀ ਇਹ ਦੇਸ਼ ਬਣਾਉਣਾ, ਅਤੇ ਫਿਰ ਉਹ ਬਣਾ ਸਕਦੇ ਨੇ, ਕੋਈ ਏਡੀ ਗੱਲ ਨਹੀਂ। ਪਰ ਅਸੀਂ ਉਸ ਗੱਲ ਲਈ ਵੀ ਤਿਆਰ ਹਾਂ, ਕੋਈ ਗੱਲ ਨਹੀਂ। ਠੀਕ ਹੈ, ਜਿਹੜੀ ਕਿਸਾਨ ਜਥੇਬੰਦੀਆਂ ਰਾਜਪੁਰੇ ਤੋਂ ਭਾਜਪਾ ਦੇ ਜਿਹੜੇ ਪੰਜਾਬ ਦੇ ਇੰਚਾਰਜ ਹੈਗੇ ਆ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਉਹਨੂੰ ਲੈ ਕੇ ਗੱਲਬਾਤ ਕਰਨ ਲਈ ਉੱਥੇ ਜਾਂਦੇ ਆ। ਪਰ ਗਰੇਵਾਲ ਪਿਛਲੇ ਦਿਨੀ ਉਹਨਾਂ ਨੂੰ ਗੱਲ ਕਹਿੰਦਾ ਹੈਗਾ ਕਿਸੇ ਕਾਨਫਰੰਸ ਦੇ ਵਿੱਚ ਕਿ ਜਿਹੜੇ ਉੱਥੇ ਬਾਰਡਰਾਂ 'ਤੇ ਬੈਠੇ ਆ ਜਾਂ ਧਰਨਿਆਂ ਦੇ ਵਿੱਚ ਬੈਠੇ ਆ, ਉਹ ਅੱਤਵਾਦੀ ਟੋਟਲੀ ਕਿਸਾਨ ਨੇ। ਪਰ ਫਿਰ ਦੁਬਾਰਾ ਅਸੀਂ ਪਿੰਡਾਂ ਦੇ ਵਿੱਚ ਵੀ ਵੜਾਂਗੇ, ਸਾਨੂੰ ਰੋਕ ਲੈਣ। ਫਿਰ ਦੁਬਾਰਾ ਕਿਸਾਨ ਉਹਨਾਂ ਦੇ ਨਾਲ ਲੈ ਕੇ ਉੱਥੇ ਟੇਬਲ ਟਾਕ 'ਤੇ ਗੱਲਾਂ ਕਰਦੇ ਆ। ਹਾਂਜੀ, ਇਹ ਗੱਲ ਬੜੀ ਮਹੱਤਵਪੂਰਨ ਹੈ। ਮੈਂ ਹਰਜੀਤ ਗਰੇਵਾਲ ਹੋਣੀ ਜਿਹੜੇ ਉਹਨਾਂ ਨੂੰ ਪਰਸਨਲ ਕਦੀ ਮਿਲੇ ਨਹੀਂ, ਨਾ ਹੀ ਮੈਂ ਜਾਣਦਾ। ਵੈਸੇ ਵੀ ਮੈਂ ਬਹੁਤ ਲੀਡਰਾਂ ਨੂੰ ਘੱਟ ਮਿਲਣਾ, ਪਰ ਮੈਂ ਸਮਝਦਾ ਕਿ ਉਹ ਇਹ ਬਿਆਨ ਉਹਨਾਂ ਦਾ ਆਪਣਾ ਨਹੀਂ ਹੈਗਾ, ਇਹ ਸੈਂਟਰਲ ਏਜੰਸੀਆਂ ਦਾ, ਅਤੇ ਇਹ ਸਟੇਟ ਦਾ ਬਿਆਨ ਹੈ। ਇਹ ਕਿਸੇ ਲੀਡਰ ਦਾ ਬਿਆਨ ਨਹੀਂ ਹੋ ਸਕਦਾ। ਇਹ ਸਟੇਟ ਦਾ ਬਿਆਨ ਹੈ। ਉਹ ਕਿਤੇ ਨਾ ਕਿਤੇ ਸਾਡਾ ਸ਼ਿਕਾਰ ਕਰਨਾ ਚਾਹੁੰਦੇ ਨੇ,
ਤਾਂ ਅਸੀਂ ਹੁਣ ਇੰਨੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ। ਪਹਿਲਾਂ ਜਿਹੜੀ ਲੜਾਈ ਹੋਈ ਆ ਇਹਨਾਂ ਦੇ ਨਾਲ, ਉਹ ਲੜਾਈ ਇਸ ਤਰ੍ਹਾਂ ਦੀ ਨਹੀਂ ਸੀ ਵੀ ਅਸੀਂ ਇਹਨਾਂ ਨਾਲ ਕੋਈ ਲੜਾਈ ਲੜੀ ਆ। ਉਹ ਤਾਂ ਸਾਡੇ ਘਰ ਆ ਕੇ ਗਲ ਪੈ ਗਏ ਨੇ ਤਾਂ ਅਸੀਂ ਆਪਣਾ ਡਿਫੈਂਸ ਕੀਤਾ ਆ। ਉਹ 10 ਸਾਲ 5 ਸਾਲ 15 ਸਾਲ ਜਿਹੜਾ ਵੀ ਸੀ ਕੀਤਾ, ਆਪਣਾ ਡਿਫੈਂਸ ਕੀਤਾ। ਸਾਡੇ ਗਲ ਪੈ ਗਏ, ਸਾਡੇ ਗੁਰਦੁਆਰਾ ਸਾਹਿਬ ਢਾਹ ਦਿੱਤੇ ਇਹਨਾਂ ਨੇ, ਪੰਜਾਬ ਦਾ ਬਹੁਤ ਨੁਕਸਾਨ ਕੀਤਾ ਇਹਨਾਂ ਨੇ, ਸਾਡੇ ਗਲ ਪੈ ਗਏ ਇਸ ਦਿਨ ਆ ਕੇ। ਉਹਦੇ ਲਈ ਅਸੀਂ ਉਹਨਾਂ ਆਪਣੇ ਡਿਫੈਂਸ 'ਚ ਅਸੀਂ ਜਿਹੜੇ ਆਰਮਡ ਸਟਰਗਲ ਜਿਹੜੀ ਹੋਈ ਆ ਉਹ ਤਾਂ ਹੋਈ ਆ। ਹੁਣ ਹਰਜੀਤ ਗਰੇਵਾਲ ਹੁਣ ਇਹ ਚਾਹੁੰਦੇ ਨੇ ਵੀ ਮੈਂ ਇਦਾਂ ਦੇ ਬਿਆਨ ਦੇਵਾਂ ਤੇ ਪੰਜਾਬ ਦੇ ਕੁਝ ਨੌਜਵਾਨ ਉੱਠ ਕੇ ਇਦਾਂ ਦਾ ਕੁਝ ਕਰਨ ਜਿਹਦੇ ਨਾਲ ਅਸੀਂ ਇਹਨਾਂ ਦੇ ਜਿਹੜੇ ਸੰਘਰਸ਼ ਨੇ ਨੇਸ ਤੋਂ ਨਬੂਦ ਕਰ ਸਕੀਏ ਤੇ ਅਸੀਂ ਇਹਨਾਂ ਦੇ ਸ਼ਿਕਾਰ ਖੇਡ ਸਕੀਏ, ਤਾਂ ਉਹ ਐਡਾ ਸੌਖਾ ਨਹੀਂ ਹੈਗਾ। ਹੁਣ ਹਰਜੀਤ ਗਰੇਵਾਲ ਹੋਣਾ ਨੂੰ ਇਹ ਸੋਚਣਾ ਚਾਹੀਦਾ। ਪੰਜਾਬ ਦੇ ਬਸ਼ਿੰਦੇ ਨੇ, ਕਿਤੇ ਨਾ ਕਿਤੇ ਸਿੱਖ ਨੇ, ਜੱਟ ਫੈਮਿਲੀ 'ਚੋਂ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜਿਹੜਾ ਮੈਂ ਬਿਆਨ ਦੇਣ ਡਿਆ ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਪਰਸਨਲ ਬਿਆਨ ਨਹੀਂ ਹੈਗਾ, ਇਹ ਸਟੇਟ ਦਾ ਬਿਆਨ ਹੈ। ਅਤੇ ਉਹਨਾਂ ਨੇ ਤਾਂ ਦਿੱਤਾ ਆ ਕਿ ਕੋਈ ਨਾ ਕੋਈ ਉੱਠ ਕੇ ਕਹਿਣ ਵੀ ਹਾਂ ਵੜ ਕੇ ਦਿਖਾ, ਅਸੀਂ ਤੈਨੂੰ ਘੇਰਾਂਗੇ, ਅਸੀਂ ਉਦੋਂ 4 ਪੱਥਰ ਮਾਰਾਂਗੇ ਅਤੇ ਉਹ ਸਾਡੇ 'ਤੇ ਯੱਪਾ ਲਾ ਕੇ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਸਕਣ। ਉਹ ਇੱਦਾਂ ਦਾ ਨਹੀਂ ਹੋਣਾ, ਉਹ ਇਹਨਾਂ ਦੀ ਸਕੀਮ ਫੇਲ ਹੋ ਗਈ ਹੈ ਮੇਰੇ ਹਿਸਾਬ ਨਾਲ। ਤੁਸੀਂ ਲੰਮਾ ਸਮਾਂ ਹਥਿਆਰਬੰਦ ਸੰਘਰਸ਼ ਵੀ ਲੜਿਆ, ਜੇਲ੍ਹਾਂ ਵੀ ਕੱਟੀਆਂ ਨੇ, ਤਸ਼ੱਦਦ ਪਿੰਡੇ 'ਤੇ ਹੰਢਾਇਆ। ਤੁਹਾਨੂੰ ਲੱਗਦਾ ਹੈ ਕਿ ਜੋ ਉਸ ਸਮੇਂ ਦੀ ਸਥਿਤੀ ਸੀ ਜਾਂ ਅੱਜ ਦੀ ਜੋ ਸਥਿਤੀ ਹੈ, ਉਹ ਹਾਲਾਤ ਦੁਆਰਾ ਉੱਦਾਂ ਦੇ ਪੈਦਾ ਕਰ ਰਹੇ ਹੈ ਵੀ ਕਿਤੇ ਸੰਘਰਸ਼ ਦੁਆਰਾ ਨਾ ਉੱਠ ਪਵੇ? ਦੇਖੋ, ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਬਿਲਕੁਲ ਪੀਸਫੁਲ ਹੈ। ਮੈਂ ਕਹਿੰਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਮਿਸਾਲ ਪੰਜਾਬੀਆਂ ਨੇ ਇੱਕ ਕਾਇਮ ਕਰ ਦਿੱਤੀ ਆ। ਪੰਜਾਬੀਆਂ ਨੇ ਕਿ 52-53 ਦਿਨਾਂ ਦੇ ਵਿੱਚ ਆਪਣੀ ਲਾਈਨ ਤੋਂ ਇੱਕ ਅੱਖਰ ਵੀ ਪਾਸੇ ਨਹੀਂ ਹੋਇਆ। ਇੰਨਾ ਪੀਸਫੁਲ ਸੰਘਰਸ਼ ਦੁਨੀਆ ਦੇ ਉੱਤੇ ਮਿਸਾਲ ਆ ਇਹ। ਮੇਰੇ ਖਿਆਲ ਹਿਸਟਰੀ ਦੇ ਵਿੱਚ ਕਦੀ ਇੱਦਾਂ ਨਹੀਂ ਹੁੰਦਾ, ਧੱਕੇ ਨਾਲ 19-21 ਹੋ ਜਾਂਦੀ ਆ। ਪਰ ਜਿੰਨਾ ਪੀਸਫੁਲ ਸਿੱਖਾਂ ਨੇ, ਕਿਉਂਕਿ ਸਾਡੀ ਕੌਮ ਸਰਬੱਤ ਦਾ ਭਲਾ ਮੰਗਦੀ ਆ, ਤਾਂ ਜੇ ਹੁਣ ਸਟੇਟ ਉਧਰ ਨੂੰ ਧੱਕਦੀ ਆ ਸਾਡੇ ਨੌਜਵਾਨਾਂ ਨੂੰ, ਤਾਂ ਸਾਡੇ ਕੋਲ ਰਾਹ ਹੀ ਨਾ ਕੋਈ ਬਚਿਆ। ਤੇ ਭਾਈ ਜਦੋਂ ਸਾਨੂੰ ਕੁੱਟਣ ਹੀ ਆ ਗਏ ਤਾਂ ਅਸੀਂ ਆਪਣਾ ਡਿਫੈਂਸ ਤਾਂ ਕਰਾਂਗੇ, ਇਹਦੇ 'ਚ ਤਾਂ ਕੋਈ ਦੋ ਰਾਹ। ਗੁਰੂ ਸਾਹਿਬ ਦਾ ਵੀ ਫਰਮਾਨ ਹੈ ਵੀ ਸ਼ਸਤਰਨ ਕੇ ਅਧੀਨ ਹੈ ਰਾਜ, ਵੀ ਰਾਜ ਸ਼ਸਤਰਾਂ ਨਾਲ ਲਏ ਜਾਂਦੇ ਆ, ਤਖਤ ਜਿਹੜੇ ਹੈਗੇ ਔਰ ਸ਼ਸਤਰਾਂ ਨਾਲ ਲਏ ਜਾਂਦੇ ਆ। ਅੱਜ ਜਿਹੜੀ ਕੌਮ ਰਾਜ ਲੈ ਕੇ ਦਿੰਦੀ ਰਹੀ ਆ, ਉਹ ਅੱਜ ਆਪਣੇ ਹੱਕ ਮੰਗਣ ਲਈ ਭਿਖਾਰੀਆਂ ਦੀ ਤਰ੍ਹਾਂ ਸੜਕਾਂ 'ਤੇ ਬੈਠੀ ਹੈਗੀ ਆ। ਨਹੀਂ, ਇਹ ਆਪਾਂ ਇਸ ਗੱਲ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ ਭਿਖਾਰੀਆਂ ਤਰ੍ਹਾਂ। ਇਹ ਸਟੈਪ ਹੁੰਦਾ ਆ, ਇਹ ਪਹਿਲਾ ਸਟੈਪ ਆ, ਦੂਜਾ ਸਟੈਪ, ਤੀਜਾ ਸਟੈਪ। ਕਿਉਂਕਿ ਇੱਕੋ ਦਮ ਆਪਾਂ ਤਾਂ ਜਦੋਂ ਕੋਈ ਗੱਲ ਇਸ ਤਰ੍ਹਾਂ ਲੜਾਈ ਵੱਲ ਨੂੰ ਲੈ ਕੇ ਜਾਂਦੇ ਆ, ਤਾਂ ਦੁਨੀਆ ਦੀਆਂ ਜਿਹੜੀਆਂ ਕੰਟਰੀਆਂ ਨੇ ਜਾਂ ਦੁਨੀਆ ਸਾਡੇ ਵੱਲ ਵੇਖ ਰਹੀ ਆ, ਤਾਂ ਉਹ ਇਹ ਸੋਚੇਗੀ ਵੀ ਸਿੱਖ ਜਿਹੜੇ ਨੇ ਉਹ ਪੀਸਫੁਲ ਨਹੀਂ ਹੈਗੇ, ਸਿੱਖ ਤਾਂ ਸਿੱਧਾ ਗਾਲੀ ਪੈ ਗਏ ਨੇ। ਹੋ ਸਕਦਾ ਸੀ ਇਹਨਾਂ ਨੂੰ ਮੰਗਿਆ ਮਿਲ ਜਾਂਦਾ ਜਾਂ ਇਹ ਗੱਲਬਾਤ ਕਰਦੇ। ਅਸੀਂ ਟੇਬਲ ਟਾਕ ਵੱਲ ਨੂੰ ਵੱਧ ਰਹੇ ਹਾਂ ਔਰ ਕਰ ਵੀ ਰਹੇ ਹਾਂ। ਹੁਣ ਜਦ ਰਾਹ ਸਾਰੇ ਬੰਦ ਕਰ ਦੇਣਗੇ ਤਾਂ ਫਿਰ ਪੰਜਾਬ ਇਹ ਗੱਲ ਸੋਚੂਗਾ ਵੀ ਇਹ ਗੱਲ ਕੀ ਕਰਨੀ ਹੈ। ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਨੂੰ ਉਹਨਾਂ ਹਾਲਾਤਾਂ ਵੱਲ ਨਾ ਧੱਕਣ। ਕਿਉਂਕਿ ਦੇਖੋ, ਰਾਜ ਤਾਂ ਬਹੁਤ ਟਾਈਮ ਤੋਂ ਮੰਗਦੇ ਆ ਰਹੇ। 47 'ਚ ਖੁੱਸਿਆ ਸਾਡਾ ਰਾਜ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਦਾ ਸਮਾਂ ਆਇਆ, ਕਾਫੀ ਲੰਮਾ ਸਮਾਂ ਸੰਘਰਸ਼ ਵੀ ਲੜਿਆ, ਸ਼ਹੀਦੀਆਂ ਵੀ ਹੋਈਆਂ। ਉਸ ਤੋਂ ਬਾਅਦ ਕਾਫੀ ਹੁਣ ਲੰਮਾ ਸਮਾਂ ਅਸੀਂ ਆ ਚੁੱਕੇ ਹਾਂ, ਉਸ ਤੋਂ ਬਾਅਦ ਬਰਬਾਦੀਆਂ ਵੀ ਬਹੁਤ ਜ਼ਿਆਦਾ ਦੇਖ ਚੁੱਕੇ ਹਾਂ। ਪਰ ਅੱਜ ਤੁਹਾਨੂੰ ਲੱਗਦਾ ਕਿ ਖਾਲਸਾ ਰਾਜ ਤੋਂ ਬਗੈਰ ਗੱਲ ਬਣ ਨਹੀਂ ਸਕਦੀ ਹੈਗੀ? ਨਹੀਂ, ਮੈਂ ਤਾਂ ਕਹਿੰਦਾ ਪੂਰੀ ਦੁਨੀਆ 'ਤੇ ਜਿਹੜਾ ਖਾਲਸਾ ਜਿਹੜਾ ਰਾਜ ਹੈ ਨਾ ਜੀ, ਖਾਲਸਾ ਦਾ ਮਤਲਬ ਪਿਓਰ ਸ਼ੁੱਧ। ਪੂਰੀ ਦੁਨੀਆ 'ਤੇ ਖਾਲਸਾ ਰਾਜ ਹੋਣਾ ਚਾਹੀਦਾ ਆ, ਜਿੱਥੇ ਕਿਸੇ ਨੂੰ ਕੋਈ ਤਕਲੀਫ ਨਾ ਹੋਏ, ਜਿੱਥੇ ਹਰ ਬੰਦਾ, ਹਰ ਮਨੁੱਖ, ਜਿਹੜੀ ਕਾਇਨਾਤ ਆ, ਉਹ ਬੜੀ ਖੁਸ਼ੀ ਵਸੇ। ਉੱਥੇ ਕਿਸੇ ਨਾਲ ਕਿਸੇ ਦੀ ਕੋਈ ਵਿਰੋਧਤਾ ਨਾ ਹੋਵੇ, ਸੰਗਤ ਤੇ ਪੰਗਤ, ਬਰਾਬਰੀ, ਸਰਬੱਤ ਦੇ ਭਲੇ ਦੀ ਗੱਲ ਹੋਵੇ। ਉਹ ਤਾਂ ਆਪਾਂ ਚਾਹੁੰਦੇ ਪੂਰੀ ਦੁਨੀਆ 'ਤੇ ਇੱਦਾਂ ਹੋਣਾ ਚਾਹੀਦਾ। ਅਸੀਂ ਤਾਂ ਚਾਹਾਂਗੇ ਖਾਲਸੇ ਦਾ ਰਾਜ ਆਵੇ, ਅਸੀਂ ਥੋੜ੍ਹਾ ਨਹੀਂ ਚਾਹੁੰਦੇ ਹੈਗੇ। ਅਸੀਂ ਤਾਂ ਹਰ ਸਮੇਂ ਅਰਦਾਸ ਕਰਨਾ ਹੈ ਕਿ ਰਾਜ ਖਾਲਸੇ ਦਾ ਹੋਣਾ ਚਾਹੀਦਾ। ਅਤੇ ਖਾਲਸੇ ਦੇ ਰਾਜ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਇਸ ਖਿੱਤੇ ਵਿੱਚ ਕਿਸੇ ਨੂੰ ਇਨਸਾਫ ਮਿਲੇ। ਜੋ ਪਹਿਲਾਂ ਮਿਸਾਲ ਇੱਕ ਦੇ ਚੁੱਕੇ ਹਾਂ ਅਸੀਂ 18ਵੀਂ ਸਦੀ ਤੋਂ ਬਾਅਦ, ਮਿਸਲਾਂ ਤੋਂ ਬਾਅਦ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਉਹਦੇ ਬਾਦਸ਼ਾਹ ਰਹੇ ਨੇ, ਸਰਕਾਰ ਖਾਲਸਾ ਨੇ ਜੋ ਰਾਜ ਦਿੱਤਾ 40-45 ਸਾਲ, ਉਹਦੀ ਮਿਸਾਲ ਹੈ ਪੂਰੀ ਦੁਨੀਆ ਦੇ ਵਿੱਚ। ਤਾਂ ਅੱਗੇ ਵੀ ਜੇ ਸਾਨੂੰ ਪਰਮਾਤਮਾ ਸੱਚੇ ਪਾਤਸ਼ਾਹ ਨੇ ਸਾਨੂੰ ਦੇਣਾ ਆ, ਸਾਨੂੰ ਉਮੀਦ ਆ, ਇਸ ਗੱਲ ਦੀ 100% ਭਰੋਸਾ ਸਾਨੂੰ ਰਾਜ ਦੇਗਾ, ਤੇ ਅਸੀਂ ਰਾਜ ਇੱਦਾਂ ਦਾ ਹੀ ਕਰਕੇ ਵਿਖਾਵਾਂ। ਜਾਂਦੇ ਜਾਂਦੇ ਆਖਰੀ ਸਵਾਲ ਹੈਗਾ, 100 ਸਾਲਾ ਸ਼੍ਰੋਮਣੀ ਕਮੇਟੀ ਨੇ ਉੱਥੇ ਆਪਣਾ ਦਿਹਾੜਾ ਮਨਾਇਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਉੱਥੋਂ ਇੱਕ ਬਿਆਨ ਦਿੰਦੇ ਆ। ਉਸ ਤੋਂ ਪਹਿਲਾਂ ਕੌਮ ਕਹਿੰਦੀ ਹੈ ਕਿਤੇ ਨਾ ਕਿਤੇ ਉਹ ਵਾਜਬ ਜਥੇਦਾਰ ਸਾਨੂੰ ਮਿਲ ਗਿਆ ਵੀ ਜਿਹੜਾ ਇੱਥੋਂ ਲਿਫਾਫੇ 'ਚੋਂ ਜਥੇਦਾਰ ਨਿਕਲਦੇ ਸੀ, ਪਰ ਹੁਣ ਕੌਮ ਨੂੰ ਉਹ ਜਥੇਦਾਰ ਹੈਗਾ ਵੀ ਜਿਹੜਾ ਕਿਤੇ ਨਾ ਕਿਤੇ ਖੁੱਲ੍ਹ ਕੇ ਕੌਮ ਦੀ ਗੱਲ ਕਰਦਾ ਹੈਗਾ। ਪਰ ਉਹਨਾਂ ਨੇ ਜੋ ਉੱਥੇ ਬਿਆਨ ਦਿੱਤਾ, ਕਿਤੇ ਨਾ ਕਿਤੇ ਲੋਕਾਂ ਨੇ ਬਹੁਤ ਕਮੈਂਟ ਕੀਤੇ। ਲੋਕਾਂ ਨੂੰ ਲੱਗਾ ਕਿ ਬਾਦਲ ਦਲ ਦਾ ਜੋ ਪੱਖ ਪੂਰ ਰਿਹਾ ਹੈਗਾ, ਇਸ ਕਿਸ ਨਜ਼ਰੀਏ ਨਾਲ ਦੇਖਦੇ ਹੈਗੇ? ਦੇਖੋ ਜੀ, ਮੈਂ ਇਹ ਗੱਲ ਕਹਾਂਗਾ ਕਿ ਮੇਰਾ ਆਪਣਾ ਨਜ਼ਰੀਆ ਇਸ ਗੱਲ ਨੂੰ ਲੈ ਕੇ, ਵੈਸੇ ਮੈਂ ਜਥੇਦਾਰ ਸਾਹਿਬ ਜਿਹੜੇ ਨੇ ਜਿੰਨੇ ਵੀ ਹੋਏ ਨੇ, ਚਾਹੇ ਉਹਨਾਂ 'ਚ ਕਿਸੇ ਤਰ੍ਹਾਂ ਦੀ ਗਲਤੀਆਂ ਹੋਈਆਂ ਨੇ, ਮੈਂ ਜਥੇਦਾਰ ਹੋਣਾ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ। ਉਸ ਪਦਵੀ ਦਾ ਇੰਨਾ ਸਤਿਕਾਰ ਕਰਦਾ ਕਿ ਸ਼ਾਇਦ ਹੀ ਕੋਈ ਕਰਦਾ ਹੋਏ। ਅਤੇ ਉਹਨਾਂ ਦੇ ਹੁਕਮ 'ਤੇ ਅਸੀਂ ਫੁੱਲ ਵੀ ਚੜ੍ਹਾਉਂਦੇ ਹਾਂ, ਕਿਉਂਕਿ ਉਹ ਇੱਕ ਕੋਈ ਆਮ ਪਦਵੀ ਨਹੀਂ ਹੈ। ਬੜੇ ਵੱਡੇ ਸਿੱਖਾਂ ਦੇ ਜਿਹੜਾ ਤਖਤ ਹੈ ਉਹਦੀ ਉਹ ਨੁਮਾਇੰਦਗੀ ਕਰਦੇ ਨੇ। ਪਰ ਇਹ ਗੱਲ
ਕਿਵੇਂ ਹੋ ਸਕਦੀ ਆ ਕਿ ਅਕਾਲੀ ਦਲ ਦੇ ਖੇਮੇ ਦੇ ਵਿੱਚੋਂ ਇੱਕ ਜਥੇਦਾਰ ਆਉਂਦਾ ਆ, ਤਾਂ ਜੇ ਉਹ ਸਾਡੀ ਗੱਲ ਕਰੇਗਾ, ਕੌਮ ਦੀ ਗੱਲ ਕਰੇਗਾ, ਸੱਚੀ ਗੱਲ ਕਰੇਗਾ, ਤੇ ਅਕਾਲੀ ਦਲ ਤੋਂ ਬਾਗੀ ਹੋ ਜਾਏਗਾ। ਇਹ ਨਹੀਂ ਹੋ ਸਕਦਾ। ਮੇਰੇ ਹਿਸਾਬ ਨਾਲ ਇਹ ਨਹੀਂ ਹੋ ਸਕਦਾ ਕਿ ਹਰਪ੍ਰੀਤ ਸਿੰਘ ਕੌਮ ਦੀਆਂ ਭਾਵਨਾ 'ਤੇ ਖਰੇ ਉਤਰਨ। ਮੈਂ ਉਮੀਦ ਕਰਦਾ ਕਿ ਖਰੇ ਉਤਰਨ, ਪਰ ਮੈਂ ਨਿੱਜੀ ਤੌਰ 'ਤੇ ਆਪਣੀ ਕੌਮ ਨੂੰ ਇਹ ਕਹਿ ਸਕਦਾ ਵੀ ਨਹੀਂ ਖਰੇ ਉਤਰਨਗੇ। ਇਹ ਨਹੀਂ ਹੋ ਸਕਦਾ। ਬੇਸ਼ੱਕ ਤੁਸੀਂ ਇਹਨੂੰ ਢੈਂਦੀ ਕਲ ਵਾਲਾ ਬਿਆਨ ਮੰਨ ਲਓ ਜਾਂ ਮੇਰੀ ਜਿਹੜੀ ਸੂਝ-ਬੂਝ ਦੀ ਕਮੀ ਲਾ ਲਓ, ਪਰ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਮੈਨੂੰ ਪਤਾ ਹੈ ਕਿ ਜਦ ਕੌਮ ਦਾ ਜਥੇਦਾਰ ਹੋਊਗਾ ਤਾਂ ਉਦੋਂ ਇਸ ਗੱਲ ਲਈ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜੇ ਕਰੇਗਾ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਖੁਰਦ-ਬੁਰਦ ਹੋਣਾ। ਅਜੇ ਤਾਂ ਲੋਕਾਂ ਨੂੰ ਇਸ ਗੱਲ ਦਾ, ਲੋਕ ਇਸ ਪਾਸੇ ਹੀ ਨਹੀਂ ਹੋਏ। ਜਿਹੜੀ ਇੱਕ ਬੱਸ ਜਿਹੜੀ ਇਹਨਾਂ ਨੇ ਗੁਟਕਾ ਸਾਹਿਬ ਭੇਜਿਆ, 300-400 ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਭੇਜੇ, ਜਿਹੜੇ ਕੈਨੇਡਾ ਦੀ ਧਰਤੀ ਤੋਂ ਜਾ ਕੇ ਮਿਲੇ ਨੇ, ਜਿਹੜੇ ਸਲਾਬ ਕੇ ਖਰਾਬ ਹੋ ਗਏ ਨੇ, ਅਜੇ ਤਾਂ ਕੌਮ ਉਸ ਪਾਸੇ ਨਹੀਂ ਆਈ। ਉਹ ਸੁਖਬੀਰ ਬਾਦਲ ਨੇ ਉੱਥੇ ਜਾ ਕੇ ਵੰਡਣੇ ਸਨ, ਉਹ ਤਾਂ ਅਜੇ ਗੱਲ ਹੀ ਨਹੀਂ ਛਿੜੀ ਹੈਗੀ। ਜਥੇਦਾਰ ਸਾਹਿਬ ਨੂੰ ਉਹਨਾਂ ਸਰੂਪਾਂ ਬਾਰੇ ਵੀ ਪਤਾ ਹੈ। ਅਸੀਂ ਲੋਕਾਂ ਨੂੰ ਤਾਂ ਮਾਰਨ ਨੂੰ ਫੇਰਦੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਤੇ ਜਿਹੜੇ ਸਾਡੇ ਆਪਣੇ ਖੁਰਦ-ਬੁਰਦ ਕਰ ਗਏ ਨੇ ਉਹਨਾਂ ਦਾ ਕੀ ਕਰਾਂਗੇ? ਉਹਨਾਂ ਦਾ ਜਥੇਦਾਰ ਸਾਹਿਬ ਨਹੀਂ ਕਰਨਾ ਹੈ। ਤਾਂ ਉਹਨਾਂ ਕਰਕੇ ਵੀ ਸਾਨੂੰ ਦੁਨਿਆਵੀ ਕੋਟਾਂ ਵੱਲ ਜਾਣਾ ਪਏ, ਫਿਰ ਜਥੇਦਾਰ ਸਾਹਿਬ ਦਾ ਕੀ ਫਾਇਦਾ ਜੀ? ਜਥੇਦਾਰ ਸਾਹਿਬ ਲੋਕਾਂ ਨੂੰ ਉਮੀਦ ਹੋਈ ਸੀ, ਪਰ ਜਿਹੜੀ 100 ਸਾਲੇ ਦੇ ਉੱਤੇ ਜਿਹੜੀ ਗੱਲਬਾਤ ਹੋਈ ਆ ਉਹ ਤੋਂ ਬਿਲਕੁਲ ਇੱਕਦਮ ਉਲਟ ਹੋ ਗਈ। ਔਰ ਮੈਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਵੀ ਆਪਣੇ ਦਾਗ ਤੇ ਆਪਣੇ ਉੱਤੇ ਲੱਗੇ ਹੋਏ ਦਾਗ ਅਕਾਲੀ ਦਲ ਜਥੇਦਾਰ ਸਾਹਿਬ ਰਾਹੀਂ ਧੋਣ ਦੀ ਕੋਸ਼ਿਸ਼ ਕਰੇਗਾ। ਉਹਨਾਂ ਨੇ ਉਹ ਕੀਤੀ ਆ, ਪਰ ਦਾਗ ਨਹੀਂ ਧੁੱਪਣੇ। ਦਾਗ ਉਦੋਂ ਹੀ ਧੁੱਪਣਗੇ ਜਦੋਂ ਅਕਾਲੀ ਦਲ ਆਪਣੇ ਅੰਦਰੋਂ ਲੰਮਾ ਪਊਗਾ ਕੌਮ ਦੇ ਸਾਹਮਣੇ, ਅਕਾਲ ਤਖਤ ਦੇ ਸਾਹਮਣੇ, ਵੀ ਅਸੀਂ ਗਲਤੀਆਂ ਕੀਤੀਆਂ ਨੇ, ਗੁਨਾਹ ਕੀਤੇ ਨੇ, ਕੌਮ ਸਾਨੂੰ ਮਾफ़ ਕਰੇ। ਔਰ ਮੈਂ ਇਸ ਕੌਮ ਤੋਂ, ਪੰਥ ਤੋਂ ਇੰਨਾ ਵਾਕਫ ਹਾਂ ਵੀ ਇਹਨਾਂ ਨੇ ਵੱਡੇ ਵੱਡੇ ਹੰਕਾਰੀਆਂ ਨੂੰ ਵੀ ਮਾफ़ ਕੀਤਾ, ਵੱਡੇ ਵੱਡੇ ਜ਼ੁਲਮੀਆਂ ਨੂੰ ਮਾफ़ ਕੀਤਾ, ਤੇ ਬਾਦਲ ਨੂੰ ਵੀ ਮਾफ़ ਕਰਨਗੇ। ਪਰ ਆਵੇ ਬਾਦਲ ਉਵੇਂ ਜਿਵੇਂ ਕੌਮ ਚਾਹੁੰਦੀ ਆ, ਤਾਂ ਇਹ ਹੋ ਸਕਦਾ। ਹੁਣ ਜਥੇਦਾਰ ਸਾਹਿਬ ਵਾਲਾ ਪੱਤਾ ਖੇਡ ਕੇ ਬਰੀ ਨਹੀਂ ਹੋ ਸਕਦੇ। ਸੋ ਧੰਨਵਾਦ ਬਾਬਾ ਬਖਸ਼ੀਸ਼ ਸਿੰਘ ਦਾ। ਕਾਫੀ ਬੇਬਾਕ ਗੱਲਬਾਤ ਕੀਤੀ ਹੈ ਸਿੱਖ ਕੌਮ ਦੇ ਅਹਿਮ ਮਸਲਿਆਂ ਨੂੰ ਲੈ ਕੇ, ਕਿਸਾਨ ਮੋਰਚਾ ਸ਼ੰਭੂ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਖਾੜਕੂਬਾਦ ਦੇ ਸਮੇਂ ਦੇ ਵਿੱਚ ਆਪਣੇ ਪਿੰਡੇ ਤੇ ਤਸ਼ੱਦਦ ਹੰਢਾਇਆ ਹੈ, ਜੇਲ੍ਹਾਂ ਕੱਟੀਆਂ ਨੇ। ਉਸ ਸਮੇਂ ਨੂੰ ਬਹੁਤ ਨੇੜਿਓਂ ਦੇਖਿਆ ਹੈ। ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਸੱਤਾ ਨੂੰ, ਪੰਜਾਬ ਦੀ ਨੌਜਵਾਨੀ ਨੂੰ ਨਜ਼ਦੀਕਿਓਂ ਦੇਖਿਆ। ਇਹ ਦਰਦ ਰੱਖਦੇ ਹੈ। ਇਹਨਾਂ ਨੂੰ ਪਤਾ ਹੈ ਕਿ ਜੋ ਅੱਜ ਪੰਜਾਬ ਦੇ ਹਾਲਾਤ ਹੈ ਉਹ ਕਿਸ ਤਰ੍ਹਾਂ ਜੋ ਸਿਸਟਮ ਪੈਦਾ ਕਰ ਰਿਹਾ ਹੈਗਾ। ਸਾਨੂੰ ਦੁਬਾਰਾ ਫਿਰ 1984 ਤੋਂ ਲੈ ਕੇ ਜੋ 95 ਤੱਕ ਦਾ ਦੌਰ ਸੀ, ਜੋ ਸੰਘਰਸ਼ ਹਥਿਆਰਬੰਦ ਚੱਲਿਆ, ਉੱਥੇ ਕਿਤੇ ਨਾ ਕਿਤੇ ਧਕੇਲਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਪਰ ਜੋ ਪੰਜਾਬ ਦਾ ਕਿਸਾਨ ਹੈ, ਜੋ ਪੰਜਾਬ ਦੇ ਲੋਕ ਹੈ ਜਾਂ ਸਿੱਖ ਕੌਮ ਹੈ, ਬਹੁਤ ਪੀਸਫੁਲੀ, ਜੋ ਸ਼ਾਂਤਮਈ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜੋ ਗੁਰੂ ਕੇ ਸਿੱਖ ਨੇ, ਜੋ ਗੁਰੂ ਦੇ ਲਾਲ ਆ, ਜਾਂ ਪੰਜਾਬ ਦੇ ਇੱਥੇ ਮਰਜੀਵੜੇ ਜੋ ਇੱਥੇ ਜੰਮਪਲ ਨੇ, ਉਹ ਕਦੇ ਵੀ ਦੁਸ਼ਮਣ ਦੀ ਈਨ ਨਹੀਂ ਮੰਨਦੇ ਹੈਗੇ। ਨਾ ਦੁਸ਼ਮਣ ਅੱਗੇ ਕਦੇ ਆਪਣੇ ਜੋ ਮਨ ਦੇ ਬਲਬਲੇ ਹੈਗੇ ਉਹਨਾਂ ਨੂੰ ਤਿਆਗ ਕਰਦੇ ਹੈਗੇ। ਉਹ ਹਮੇਸ਼ਾ ਆਪਣੀ ਲੜਾਈ ਸੱਚ ਤੇ ਗੁਰੂ ਸਾਹਿਬ ਦੀ ਸੇਧ ਨੂੰ ਲੈ ਕੇ ਲੜਦੇ ਨੇ, ਤੇ ਇਹ ਲੜਾਈ ਉਹ ਜਿੱਤਣਗੇ ਜ਼ਰੂਰ। ਸਾਡੇ ਨਾਲ ਜੁੜਨ ਲਈ ਸ਼ੰਭੂ ਮੋਰਚੇ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।